गुड मॉर्निंग स्टूडेंट। टुडे वी स्टार्ट इकनॉमिक्स फर्स्ट चैप्टर स्टैट। ਉਹਦੇ ਵਿੱਚ ਆਪਾਂ ਇੰਟਰੋ ਕਰ ਲਈ ਸੀ। ਹੁਣ ਆਪਾਂ ਕਰਨਾ ਹੈ ਵਟ ਇਜ਼ ਸਟੈਟ। ਸਟੈਟ ਕੀ ਹੈ? ਸਟੈਟ ਮੀਨਸ ਕੁਆਂਟੀਟੇਟਿਵ ਇਨਫੋਰਮੇਸ਼ਨ ਔਰ quantification of the facts and findings. But how we do get quantification information? Quantitative information and quantification information. There must be a system, method or technique to collect quantitative information. Also, stat information may be a raw information. It needs to be classified, tabulated, or it needs to be systematically presented. One must learn the system of presentation and classification of data. देखो stat ਦਾ ਕੀ मीनिंग है? stat ਕੀ है? ਇੱਕ ਮਾਤਰਾਤਮਕ ਇੱਕ ਮਾਤਰਾ ਦੇ ਅਕੋਰਡਿੰਗ ਇਨਫੋਰਮੇਸ਼ਨ ਜਾਂ ਕੁਆਲਿਟੀਜ਼ ਦੇ ਅਕੋਰਡਿੰਗ ਇਨਫੋਰਮੇਸ਼ਨ ਇਕੱਠੀ ਕਰਨੀ ਹੈ, ਜਿਹਦੇ ਲਈ ਫੈਕਟ ਲੱਭੇ ਜਾਂਦੇ ਨੇ, ਤੱਥ ਲੱਭੇ ਜਾਂਦੇ ਨੇ ਤੇ ਉਹਨਾਂ ਦੀ ਅੱਗੇ ਸਰਚ ਹੋਰ ਕੀਤੀ ਜਾਂਦੀ ਹੈ, ਫਰਦਰ ਸਰਚ ਕੀਤੀ ਜਾਂਦੀ ਹੈ। ਤੇ ਇਸ ਤਰੀਕੇ ਨਾਲ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕੁਆਂਟੀਟਿਵ ਇਨਫੋਰਮੇਸ਼ਨ ਕੀ ਹੈ। ਕੁਆਂਟੀਟਿਵ ਇਨਫੋਰਮੇਸ਼ਨ ਕੀ ਹੈ? ਜਿਹਦੇ ਵਿੱਚ ਕਿਸੇ ਦੀ ਕੁਆਂਟੀਟੀ ਦੇ ਅਕੋਰਡਿੰਗ ਕਿ ਇੰਨੇ, ਜਿਵੇਂ ਰੈੱਡ ਕਾਰਸ ਨੇ, ਨੰਬਰ ਆਫ ਰੈੱਡ ਕਾਰਸ ਇਨ ਇੰਡੀਆ, ਇਹ ਵੀ ਕੁਆਂਟੀਟਿਵ ਇਨਫੋਰਮੇਸ਼ਨ ਹੋ ਗਈ। ਠੀਕ ਹੈ। ਨੰਬਰ ਆਫ ਸ਼ੂਗਰ ਮਿਲਸ ਇਨ ਪੰਜਾਬ, ਨੰਬਰ ਆਫ ਸ਼ੂਗਰ ਮਿਲਸ ਇਨ ਇੰਡੀਆ, ਇੱਦਾਂ ਇਹ ਕੀ ਨੇ? ਕੁਆਂਟੀਟਿਵ ਇਨਫੋਰਮੇਸ਼ਨ ਦਿੰਦੀਆਂ ਨੇ। ਤੇ ਇਸ ਕਰਕੇ ਇਹਦਾ ਇੱਕ ਸਿਸਟਮ ਹੁੰਦਾ, ਇੱਕ ਸਿਸਟਮ ਬਣਾਇਆ ਜਾਂਦਾ ਕੁਆਂਟੀਟਿਵ ਇਨਫੋਰਮੇਸ਼ਨ ਨੂੰ ਕਲੈਕਟ ਕਰਨ ਦਾ। ਇਹਦੇ ਮੈਥਡਸ ਹੁੰਦੇ ਨੇ, ਡਿਫਰੈਂਟ ਟੈਕਨੀਕਸ ਹੁੰਦੀਆਂ ਨੇ ਜਿਹਦੇ ਨਾਲ ਇਹ ਕੁਆਂਟੀਟਿਵ ਇਨਫੋਰਮੇਸ਼ਨ ਕਲੈਕਟ ਕੀਤੀ ਜਾਂਦੀ ਹੈ। ਤੇ ਜਿਹੜੀ ਸਟੈਟਿਸਟੀਕਲ ਇਨਫੋਰਮੇਸ਼ਨ ਹੈ, ਇਹ ਰॉ ਇਨਫੋਰਮੇਸ਼ਨ ਵੀ ਹੋ ਸਕਦੀ ਹੈ, ਮੀਨਸ ਰॉ ਫਾਰਮ ਦੇ ਵਿੱਚ ਵੀ ਹੋ ਸਕਦੀ ਹੈ। ਜਸਟ ਆਪਾਂ ਰਫ ਫਾਰਮ ਦੇ ਵਿੱਚ ਲਿਖ ਲਈ, ਅਜੇ ਇਹਨੂੰ ਫਾਈਨਲੀ ਤਿਆਰ ਨਹੀਂ ਕੀਤਾ ਗਿਆ। ਤੇ ਇਸ ਕਰਕੇ ਜਦੋਂ ਆਪਾਂ ਨੂੰ ਰॉ ਫਾਰਮ ਦੇ ਵਿੱਚ ਮਿਲੂਗੀ, ਠੀਕ ਹੈ, ਰਫ ਫਾਰਮ ਦੇ ਵਿੱਚ ਮਿਲੂਗੀ, ਤਾਂ ਆਪਾਂ ਨੂੰ ਉਹਨੂੰ ਕਲਾਸੀਫਾਈ ਕਰਨ ਦੀ ਲੋੜ ਪੈਣੀ ਹੈ, ਮੀਨਸ ਅਲੱਗ-ਅਲੱਗ ਪਾਰਟਸ ਦੇ ਵਿੱਚ ਡਿਵਾਈਡ ਕਰਨ ਦੀ ਲੋੜ ਪੈਣੀ ਹੈ, ਉਹਨੂੰ ਉਹਦੇ ਟੈਬੂਲੇਟਡ ਕਰਨ ਦੀ, ਉਹਨੂੰ ਟੇਬਲਸ ਦੇ ਵਿੱਚ ਡਰਾ ਕਰਨ ਦੀ ਲੋੜ ਪੈਣੀ ਹੈ, ਤੇ ਉਹਨੂੰ ਸਿਸਟਮੈਟਿਕ ਤਰੀਕੇ ਨਾਲ ਪ੍ਰੈਜ਼ੈਂਟ ਕਰਨ ਦੀ ਲੋੜ ਪੈਣੀ ਹੈ। ਤੇ ਇਸ ਕਰਕੇ ਇਹਨਾਂ ਸਾਰੀ ਕਲਾਸੀਫਿਕੇਸ਼ਨ ਦੀ ਔਰ ਟੈਬੂਲੇਸ਼ਨ ਕਰਨ ਦੀ ਔਰ ਸਿਸਟਮੈਟਿਕ ਤਰੀਕੇ ਨਾਲ ਪ੍ਰੈਜ਼ੈਂਟ ਕਰਨ ਦੇ ਲਈ ਇੱਕ ਪਰਸਨ ਨੂੰ ਲਰਨ ਕਰਨਾ ਪਊਗਾ ਕਿ ਹਾਊ ਦੇ classify the data, how they tabulate the data and how they systematic present the data. ਇਸ ਕਰਕੇ ਇੱਕ ਪਰਸਨ ਨੂੰ ਇਹ ਸਿੱਖਣਾ ਪਊਗਾ ਤਾਂ ਇਸ ਸਟੈਟ ਦੇ ਮੈਥਡਸ ਨੂੰ। ਠੀਕ ਹੈ। ਤੇ ਇਸ ਕਰਕੇ ਫਸਟ ਤੁਹਾਨੂੰ ਪਤਾ ਹੋਣਾ ਕਿ ਸਟੈਟ ਦੀ 2 ਟਾਈਪਸ ਦੇ ਨਾਲ ਡੈਫੀਨੇਸ਼ਨ ਦਿੱਤੀ ਗਈ ਹੈ। ਇੱਕ ਆ ਪਲੂਰਲ ਨਾਊਨ। ਫਸਟ ਆਪਾਂ ਕਰਨੀ ਆ ਪਲੂਰਲ ਨਾਊਨ। ਪਲੂਰਲ ਨਾਊਨ ਦੇ ਵਿੱਚ ਕੀ ਆ? in its plural sense stat refers to the information in term of numbers or numerical data such as population stat, ਇੰਪਲਾਇਮੈਂਟ ਸਟੈਟ, ਸਟੈਟਿਸਟਿਕ ਕੰਸਰਨਿੰਗ ਪਬਲਿਕ ਐਕਸਪੈਂਡੀਚਰ ਐਕਸੈਕਟਰਾ। ਦੇਖੋ ਜਿੱਦਾਂ ਕਹਿੰਦਾ ਪਲੂਰਲ ਸੈਂਸ ਦੇ ਵਿੱਚ ਆਪਾਂ ਇਹ ਕਹਿੰਦੇ ਕਿ ਨੂਮੈਰੀਕਲੀ ਜਦੋਂ ਵੀ ਆਪਾਂ ਕੋਈ ਡਾਟਾ ਇਕੱਠੇ ਕਰਦੇ ਹਾਂ, ਠੀਕ ਹੈ, ਚਾਹੇ ਉਹ ਪਾਵਰਟੀ ਨਾਲ ਹੋਵੇ, ਚਾਹੇ ਉਹ ਇੰਪਲਾਇਮੈਂਟ ਨਾਲ ਰਿਲੇਟਿਡ ਹੋਵੇ, ਚਾਹੇ ਉਹ ਪਾਪੂਲੇਸ਼ਨ ਨਾਲ ਰਿਲੇਟਿਡ ਹੋਵੇ, ਕਿਸੇ ਵੀ ਚੀਜ਼ ਨਾਲ ਹੋਵੇ, ਜਦੋਂ ਆਪਾਂ ਉਹਨੂੰ ਇਕੱਠਾ ਕਰਦੇ ਹਾਂ ਤਾਂ ਉਹਨੂੰ ਬੋਲਿਆ ਜਾਂਦਾ ਸਟੈਟ ਐਜ਼ ਅ ਪਲੂਰਲ ਸੈਂਸ। ਪਲੂਰਲ ਸੈਂਸ ਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਕਿ ਰਾਮ ਗੈਟਸ 500 ਰੁਪੀਜ਼ ਪਰ ਮੰਥ ਐਜ਼ ਅ ਪਾਕਟ ਅਲਾਵੈਂਸ ਇਜ਼ ਨਾਟ ਸਟੈਟ। ਇਹ ਸਟੈਟ ਨਹੀਂ ਹੈਗਾ ਕਿ ਉਹਨੂੰ 500 ਰੁਪਏ ਆਪਣੇ ਪਾਕਟ ਮਨੀ ਦੇ ਲਈ ਮਿਲਦੇ ਨੇ, ਤਾਂ ਇਹ ਸਟੈਟ ਦੇ ਵਿੱਚ ਨਹੀਂ ਹੈ, ਕਿਉਂਕਿ ਸਟੈਟ ਦੇ ਵਿੱਚ ਕੋਈ ਪ੍ਰੋਬਲਮ ਲਈ ਜਾਂਦੀ ਹੈ, ਉਹ ਵੀ ਇਕੋਨਮੀ ਦੀ ਲਈ ਜਾਂਦੀ ਹੈ। ਠੀਕ ਹੈ। ਇਟ ਇਜ਼ ਦਾ ਐਗਰੀਗੇਟ ਆਫ ਡਾਟਾ। ਇਸ ਕਰਕੇ ਆਪਾਂ ਪਲੂਰਲ ਸੈਂਸ ਦੇ ਵਿੱਚ ਇਹ ਕਹਾਂਗੇ ਕਿ ਸਟੈਟ ਕੀ ਹੈ? ਇਟ ਇਜ਼ ਦਾ ਐਗਰੀਗੇਟ ਔਰ ਐਵਰੇਜ ਡੈਟ ਕੁਆਲੀਫਾਈਜ਼ ਟੂ ਬੀ ਕਾਲਡ ਐਜ਼ ਸਟੈਟ। ਕਹਿੰਦਾ ਇੱਕ ਐਗਰੀਗੇਟ ਹੁੰਦਾ, ਐਗਰੀਗੇਟ ਮੀਨਸ ਜੋ ਆਪਾਂ ਡਾਟਾ ਇਕੱਠਾ ਕਰਦੇ ਹਾਂ ਉਹਨਾਂ ਦਾ ਟੋਟਲ ਹੁੰਦਾ, ਜਿਹਨੂੰ ਕਿ ਆਪਾਂ ਸਟੈਟ ਕਹਿ ਸਕਦੇ ਹਾਂ। ਸੱਚ ਐਜ਼ average pocket allowance of the students of class 10th is rupees 500 per month। ਕਿ ਇੱਦਾਂ ਆਪਾਂ ਕਹਿ ਸਕਦੇ ਇੱਕ ਪਰਸਨ ਦੀ ਜਦੋਂ ਆਪਾਂ ਫਾਈਂਡ ਕਰਦੇ ਡੈਟ ਇਜ਼ ਨਾਟ ਸਟੈਟ। ਜਦੋਂ ਆਪਾਂ ਪੂਰੇ ਗਰੁੱਪ ਦੀ, ਉਹਨਾਂ ਦੇ ਐਗਰੀਗੇਟ ਦੀ ਵੀ, ਇੱਕ ਕਲਾਸ ਦਾ ਲੈ ਲਈ ਆਪਾਂ, ਜਿਵੇਂ 10th ਕਲਾਸ ਦੇ ਟੋਟਲ ਸਟੂਡੈਂਟਸ ਦੀ ਜੋ ਪਰ ਮੰਥ ਪਾਕਟ ਅਲਾਉੈਂਸ ਆ ਉਹ ਕਿੰਨੀ ਆ? 500 ਹੈ, ਤਾਂ ਉਹਨੂੰ ਆਪਾਂ ਸਟੈਟ ਕਹਿ ਸਕਦੇ। ਜੇ ਆਪਾਂ ਸਿੰਗਲ ਇੱਕ ਰਾਮ ਨਾਮ ਦੇ ਪਰਸਨ ਦੀ ਇਨ ਪਾਕਟ ਅਲਾਉੈਂਸ ਦੱਸ ਕੇ ਕਹਿ ਦਈਏ ਕਿ 500 ਰੁਪੀਜ਼ ਉਹਨੂੰ ਪਾਕਟ ਮਨੀ ਮਿਲਦੇ ਨੇ, ਤਾਂ ਉਹ ਸਟੈਟ ਨਹੀਂ ਹੋਊਗਾ। ਜਦੋਂ ਉਹਨਾਂ ਦੀ ਪੂਰੀ ਕਲਾਸ ਨੂੰ ਡਿਫਾਈਨ ਕਰਾਂਗੇ ਤਾਂ ਉਹ ਕੀ ਹੋਊਗਾ? ਸਟੈਟ। ਜਿੱਦਾਂ ਐਗਜ਼ਾਮਪਲ ਕਿ ਕੀ ਸਟੈਟ ਹੈ ਕੀ ਨਹੀਂ। ਏ ਕਾਊ ਹੈਜ਼ 4 ਲੈਗਸ, ਦਿਸ ਇਜ਼ ਨਾਟ ਅ ਸਟੈਟ, ਕਿਉਂਕਿ ਇਹਦੇ ਨਾਲ ਅਸੀਂ ਕੋਈ ਪ੍ਰੋਬਲਮ ਸੋਲਵ ਨਹੀਂ ਕਰਨੀ ਕਿ ਕਾਊ ਦੀਆਂ 4 ਲੈਗਸ ਨੇ, ਤਾਂ ਆਪਾਂ ਇਹਦੇ ਨਾਲ ਕੋਈ ਇਕਨੋਮਿਕ ਪ੍ਰੋਬਲਮ ਸੋਲਵ ਕਰ ਸਕਦੇ ਹਾਂ। ਕੀ ਸਟੈਟ ਹੋਊਗਾ? ਐਵਰੇਜ ਹਾਈਟ ਆਫ the 26+ male people in India is 6 feet compared to 5 feet in Nepal। ਦੇਖੋ ਹੁਣ ਇੱਥੇ ਹਾਈਟ ਨੂੰ ਵੀ ਕੰਪੇਅਰ ਕੀਤਾ ਔਰ ਏਜ ਵੀ ਕੰਪੇਅਰ ਹੋਈ। ਠੀਕ ਹੈ। ਤਾਂ ਕਿ 26 ਏਜ ਤੋਂ ਉੱਪਰ ਦੇ ਜਿਹੜੇ ਪਰਸਨ ਨੇ, ਮੇਲ ਪੀਪਲ ਨੇ, ਇੰਡੀਆ ਦੇ ਵਿੱਚ ਜਿਹੜੇ ਨੇ 6 ਫੀਟ ਦੇ ਨੇ, ਔਰ ਜਿਹੜੇ ਨੇਪਾਲ ਦੇ ਵਿੱਚ ਨੇ ਉਹ ਕਿੰਨੇ ਨੇ? 5 ਫੀਟ ਦੇ ਨੇ। ਤਾਂ ਇਹਨੂੰ ਆਪਾਂ ਸਟੈਟ ਕਹਿ ਸਕਦੇ ਹਾਂ, ਕਿਉਂਕਿ ਇੰਡੀਆ ਔਰ ਨੇਪਾਲ 2 ਕੰਟਰੀਜ਼ ਦਾ ਆਪਸ ਦੇ ਵਿੱਚ ਕੰਪੈਰੀਜ਼ਨ ਵੀ ਕੀਤਾ ਗਿਆ ਔਰ ਕੋਈ ਯੂਜ਼ੇਬਲ ਥਿੰਗ ਦੇ ਲਈ ਕੰਪੈਰੀਜ਼ਨ ਕੀਤਾ ਗਿਆ। ਫਸਟ ਦੇਖੋ ਇਹਦੀ ਡੈਫੀਨੇਸ਼ਨ ਕੀ ਹੈ? ਇਨ ਪਲੂਰਲ ਸੈਂਸ ਸਟੈਟ ਆਰ numerical statement of facts in any department of inquiry placed in relation to each other। ਇਹ
ਐਲ ਬਾਊਲੇ, ਏ ਐਲ ਬਾਊਲੇ ਨੇ ਕੀਤਾ ਸਟੈਟ ਨੂੰ ਕਿੱਦਾਂ ਡਿਫਾਈਨ, ਕਹਿੰਦਾ ਇੱਕ ਨਿਊਮੈਰੀਕਲ ਸਟੇਟਮੈਂਟ ਹੈ, ਠੀਕ ਹੈ, ਕਿਸੇ ਵੀ ਪ੍ਰੋਬਲਮ ਕਿਸੇ ਵੀ ਫੈਕਟ ਦੇ ਨਾਲ ਰਿਲੇਟਿਡ ਹੋ ਸਕਦੀ ਹੈ, ਕਿਸੇ ਵੀ ਡਿਪਾਰਟਮੈਂਟ ਦੀ ਇਨਕੁਆਇਰੀ ਦੇ ਨਾਲ ਰਿਲੇਟਿਡ ਹੋ ਸਕਦੀ ਹੈ, ਜਿਹਦੇ ਵਿੱਚ ਇੱਕ ਦੂਜੇ ਨਾਲ ਕੰਪੈਰੀਜ਼ਨ ਹੋਊਗਾ, ਠੀਕ ਹੈ। ਏ ਐਲ ਬਾਊਲੇ ਕੀ ਕਹਿੰਦਾ ਕਿ ਸਟੈਟ ਇੱਕ ਨਿਊਮੈਰੀਕਲ ਸਟੇਟਮੈਂਟ ਹੈ, ਕਿਸੇ ਵੀ ਡਿਪਾਰਟਮੈਂਟ ਦੀ ਇਨਕੁਆਇਰੀ ਦੇ ਨਾਲ ਰਿਲੇਟਿਡ ਹੋ ਸਕਦੀ ਹੈ, ਜਿਹਦੇ ਵਿੱਚ ਉਹਨਾਂ ਨੂੰ ਆਪਸ ਦੇ ਵਿੱਚ ਕੰਪੇਅਰ ਕੀਤਾ ਜਾ ਸਕਦਾ ਹੈ। ਨੈਕਸਟ, ਫੀਚਰਸ ਔਰ ਕਰੈਕਟਰਿਸਟਿਕਸ ਆਫ ਸਟੈਟ ਇਨ ਪਲੂਰਲ ਸੈਂਸ। ਜੋ ਪਲੂਰਲ ਸੈਂਸ ਦੇ ਵਿੱਚ ਆਪਾਂ ਨੂੰ ਡੈਫੀਨੇਸ਼ਨ ਦਿੱਤੀ ਗਈ ਆ, ਉਹਦੀਆਂ ਫੀਚਰਸ ਕੀ ਕੀ ਨੇ। ਫਸਟ, ਐਗਰੀਗੇਟ ਆਫ ਫੈਕਟਸ, ਕਹਿੰਦਾ ਇਹਦੇ ਵਿੱਚ ਨਾ ਜੋ ਇਹ 'ਚ ਡਿਫਾਈਨ ਕੀਤਾ ਗਿਆ ਕਿ ਐਗਰੀਗੇਟ ਆਫ ਫੈਕਟਸ ਨੂੰ ਲਿਆ ਗਿਆ। ਦੇਖੋ ਜਿੱਦਾਂ ਆਪਾਂ ਇਹ ਸਿੰਗਲ ਨੰਬਰ ਡਜ਼ ਨਾਟ ਕੰਸਟੀਟਿਊਟ ਸਟੈਟ, ਕਿ ਇੱਕ ਸਿੰਗਲ ਨੰਬਰ ਨਹੀਂ ਨਾ ਦੱਸ ਸਕਦਾ, ਉਹਨਾਂ ਦਾ ਪੂਰਾ ਗਰੁੱਪ ਦੱਸ ਸਕਦਾ। ਫੋਰ ਐਗਜ਼ਾਮਪਲ, ਇਫ ਇਟ ਇਜ਼ ਸਟੇਟਡ ਦੈਟ ਦੇयर ਆਰ 1000 ਸਟੂਡੈਂਟਸ ਇਨ ਆਵਰ ਕਾਲਜ, ਦੈਨ ਇਟ ਹੈਜ਼ ਨੋ ਸਟੈਟਿਸਟੀਕਲ। ਦੇਖੋ ਇੱਕ ਕਾਲਜ ਦੀ ਗੱਲ ਕੀਤੀ ਕਿ ਇੱਕ ਕਾਲਜ ਦੇ ਵਿੱਚ 1000 ਸਟੂਡੈਂਟ ਨੇ, ਤਾਂ ਉਹ ਸਟੈਟ ਨਹੀਂ ਹੋਇਆ। ਪਰ ਜਿੱਥੇ ਕਿਹਾ ਜਾਊਗਾ ਕਿ 300 ਸਟੂਡੈਂਟ ਉੱਥੇ ਕੀ ਨੇ, ਆਰਟਸ ਦੇ ਨੇ, ਠੀਕ ਹੈ, 400 ਸਟੂਡੈਂਟ ਕਮਰਸ ਦੇ ਨੇ ਐਂਡ 300 ਸਾਇੰਸ ਫੈਕਲਟੀ ਦੇ ਨੇ, ਤਾਂ ਉਹ ਸਟੈਟ ਹੋ ਸਕਦਾ ਕਿ ਇੱਕ ਕਾਲਜ ਦੇ ਵਿੱਚ ਅੱਗੇ ਗਰੁੱਪਸ ਦੇ ਵਿੱਚ ਡਿਵੀਜ਼ਨ ਕੀਤੇ, ਉਹ ਗਰੁੱਪਸ ਨੂੰ ਡਿਫਾਈਨ ਕੀਤਾ ਗਿਆ, ਠੀਕ ਹੈ, ਅਲੱਗ-ਅਲੱਗ ਗਰੁੱਪਸ ਦਾ ਐਗਰੀਗੇਟ ਕੱਢਿਆ ਗਿਆ, ਤਾਂ ਉਹਨੂੰ ਕੀ ਕਹਿੰਦੇ ਆ, ਐਗਰੀਗੇਟ ਆਫ ਫੈਕਟਸ। ਸੈਕੰਡ, ਨਿਊਮੈਰੀਕਲੀ ਐਕਸਪ੍ਰੈਸਡ, ਕਹਿੰਦਾ ਆਪਾਂ ਇਹਨੂੰ ਇਦਾਂ ਜਿੱਦਾਂ ਰਿਚ, ਬਿਗ, ਪੂਅਰ, ਇਹ ਫਾਰਮ ਦੇ ਵਿੱਚ ਨਹੀਂ ਦੱਸ ਸਕਦੇ, ਇਹ ਫਾਰਮ ਦੇ ਵਿੱਚ ਦੱਸਿਆ ਤਾਂ ਸਟੈਟ ਨਹੀਂ ਹੋਊਗਾ। ਇਹਦੀਆਂ ਕੁਆਲਿਟੀਜ਼ ਹੋਣਗੀਆਂ, ਕੁਆਂਟੀਟੀਜ਼ ਨਹੀਂ ਹੋਣਗੀਆਂ, ਮਾਤਰਾਵਾਂ ਨਹੀਂ ਹੋਣਗੀਆਂ, ਗੁਣ ਹੋਣਗੇ ਇਹਨਾਂ ਦੇ, ਠੀਕ ਹੈ, ਕੁਆਲਿਟੀਜ਼ ਹੋਣਗੀਆਂ, ਤਾਂ ਇਸ ਕਰਕੇ ਆਪਾਂ ਇਹ ਨਹੀਂ ਦੱਸ ਸਕਦੇ। ਇਹਦੇ ਵਿੱਚ ਆਪਾਂ ਇੱਦਾਂ ਕਹਿ ਸਕਦੇ ਹਾਂ ਕਿ ਇਫ ਇਟ ਇਜ਼ ਸਟੇਟਡ ਦੈਟ ਹਾਈਟ ਆਫ ਇਰਫਾਨ ਪਠਾਨ ਇਜ਼ 6 feet and 2 inch, ਇਰਫਾਨ ਪਠਾਨ ਦੀ ਹਾਈਟ ਕਿੰਨੀ ਹੈ, 6 feet 2 inch, ਐਂਡ that of ਸਚਿਨ is 5 feet 4 inch, then these numerical will be called stat, ਕਿਉਂਕਿ ਇਹਨਾਂ ਨੂੰ ਆਪਸ ਦੇ ਵਿੱਚ ਟੂ ਕੰਟਰੀਜ਼ ਦੇ ਜੋ ਪਲੇਅਰ ਨੇ ਉਹਨਾਂ ਦੀ ਹਾਈਟ ਨੂੰ ਕੰਪੇਅਰ ਕੀਤਾ ਗਿਆ, ਤਾਂ ਇਹ ਨਿਊਮੈਰੀਕਲੀ ਐਕਸਪ੍ਰੈਸਡ ਹੈਗੇ ਨੇ। ਜੇ ਆਪਾਂ ਕਹਤੇ ਕਿ ਉਹ ਰਿਚ ਹੈ, ਉਹ ਪੂਅਰ ਹੈ, ਉਹਦੇ ਨਾਲੋਂ ਜ਼ਿਆਦਾ ਲੌਂਗ ਹੈ ਜਾਂ ਸ਼ਾਰਟ ਹੈ, ਤਾਂ ਉਹ ਨਿਊਮੈਰੀਕਲੀ ਐਕਸਪ੍ਰੈਸਡ ਨਹੀਂ ਹੋਣਗੇ। ਥਰਡ, ਅਫੈਕਟਡ ਬਾਈ ਮਲਟੀਪਲਿਸਿਟੀ ਆਫ ਕਾਜ਼ਜ਼, ਇਹਦੇ ਵਿੱਚ ਦੇਖੋ ਮਲਟੀਪਲਿਸਿਟੀ ਕਾਜ਼ਜ਼ ਮੀਨਸ ਬਹੁਤ ਜ਼ਿਆਦਾ ਕਾਰਨਾਂ ਦੇ ਨਾਲ ਉਹ ਚੀਜ਼ ਇਫੈਕਟ ਹੋਊਗੀ। ਜਿੱਦਾਂ ਦੇਖੋ ਆਪਾਂ ਕਹਿਤਾ ਕਿ 30% ਪ੍ਰਾਈਸਿਸ ਜੋ ਕੀਮਤਾਂ ਨੇ ਉਹ ਵੱਧਦੀਆਂ ਨੇ, 30% ਕੀਮਤਾਂ 'ਚ ਵਾਧਾ ਹੁੰਦਾ, ਉਹ ਕਿਉਂ ਹੋ ਸਕਦਾ, ਜਾਂ ਤਾਂ ਉਹਦੀ ਸਪਲਾਈ ਘਟ ਗਈ, ਮੀਨਸ ਉਹ ਮਾਰਕੀਟ ਦੇ ਵਿੱਚ ਆਉਣੀ ਘਟ ਗਈ, ਠੀਕ ਹੈ, ਤਾਂ ਹੋ ਸਕਦਾ, ਜਾਂ ਉਹਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ, ਮੀਨਸ ਲੋਕੀ ਉਹਦੀ ਬਹੁਤ ਜ਼ਿਆਦਾ ਡਿਮਾਂਡ ਕਰਨ ਲੱਗ ਗਏ, ਮੰਗਣ ਲੱਗ ਗਏ, ਜਾਂ ਇਲੈਕਟ੍ਰੀਸਿਟੀ ਦੀ ਸ਼ਾਰਟੇਜ ਹੋਣ ਲੱਗ ਗਈ, ਠੀਕ ਹੈ, ਮੀਨਸ ਬਿਜਲੀ ਟਾਈਮ ਸਿਰ ਨਹੀਂ ਆਉਂਦੀ ਹੈਗੀ, ਜਾਂ ਕਹਿ ਲਓ ਵੀ ਵੇਜਿਸ ਬਹੁਤ ਜ਼ਿਆਦਾ ਵੱਧ ਗਏ, ਲੋਕਾਂ ਨੂੰ ਜੋ ਲੇਬਰ ਸੀ ਉਹਦੇ ਵੇਜਿਸ ਦਿੱਤੇ ਉਹ ਵੀ ਵੱਧ ਗਏ, ਟੈਕਸ ਵੱਧ ਗਏ। ਇਹਨਾਂ ਸਾਰੇ ਕਾਰਨਾਂ ਕਰਕੇ ਆਪਾਂ ਕਹਿਤਾ ਕਿ ਜਿਹੜੀ ਪ੍ਰਾਈਸਿਸ ਨੇ ਪ੍ਰੋਡਕਟ ਦੀਆਂ ਉਹ ਵੱਧ ਗਈਆਂ, 30% ਰਾਈਜ਼ ਹੋਇਆ। ਤਾਂ ਇਹ ਕੀ ਹੈ, ਇੱਕ ਚੀਜ਼ ਕਿ ਕਿਸੇ ਪ੍ਰੋਡਕਟ ਦੇ ਪ੍ਰਾਈਸ 'ਚ ਜੋ ਵਾਧਾ ਹੋਇਆ ਉਹ ਇਹਨਾਂ ਸਾਰੇ ਕਾਰਨਾਂ ਕਰਕੇ ਹੋਇਆ, ਰਿਡਕਸ਼ਨ ਇਨ ਸਪਲਾਈ, ਇਨਕਰੀਜ਼ ਇਨ ਡਿਮਾਂਡ, ਸ਼ਾਰਟੇਜ ਆਫ ਪਾਵਰ, ਇੱਦਾਂ। ਅਤੇ ਮਲਟੀਪਲਿਸਿਟੀ ਆਫ ਕਾਜ਼ਜ਼ ਦੇ ਨਾਲ ਇਫੈਕਟ ਕਰਦਾ, ਅਤੇ ਇਸ ਕਰਕੇ ਜੋ ਪਲੂਰਲ ਸੈਂਸ ਹੈ ਉਹਦੇ ਵਿੱਚ ਥਰਡ ਉਹਦੀ ਫੀਚਰ ਕੀ ਹੈ, ਅਫੈਕਟਡ ਬਾਈ ਮਲਟੀਪਲਿਸਿਟੀ ਆਫ ਕਾਜ਼ਜ਼। ਫੋਰਥ, ਰੀਜ਼ਨੇਬਲ ਐਕੂਰੇਸੀ, ਕਹਿੰਦਾ ਜਦੋਂ ਇਹ ਡਾਟਾ ਇਕੱਠਾ ਕੀਤਾ ਜਾਂਦਾ, ਪਹਿਲਾਂ ਰॉ ਫਾਰਮ ਦੇ ਵਿੱਚ ਇਕੱਠਾ, ਫਿਰ ਉਸ ਤੋਂ ਬਾਅਦ ਉਹਨੂੰ ਉਹਦਾ ਐਗਰੀਗੇਟ ਕੀਤਾ ਜਾਂਦਾ, ਫਿਰ ਉਸ ਤੋਂ ਬਾਅਦ ਉਹਨੂੰ ਕਲਾਸੀਫਾਈ ਵਗੈਰਾ ਕੀਤਾ ਜਾਂਦਾ, ਕੰਪੇਅਰ, ਤਾਂ ਇਹਦੇ ਕਰਕੇ ਕੀ ਆ, ਬਹੁਤ ਜ਼ਿਆਦਾ ਇਹਦੇ ਵਿੱਚ ਐਕੂਰੇਸੀ ਪਾਈ ਜਾਂਦੀ ਹੈ, ਠੀਕ ਹੈ। ਫਿਫਥ ਨੰਬਰ, ਪਲੇਸਡ ਇਨ ਰਿਲੇਸ਼ਨ ਟੂ ਈਚ ਅਦਰ, ਇਹਨੂੰ ਇੱਕ ਦੂਜੇ ਪਲੇਸ 'ਤੇ ਬਦਲ ਸਕਦੇ, ਆਪਾਂ ਯੂਜ਼ ਕਰ ਸਕਦੇ ਹਾਂ, ਠੀਕ ਹੈ, ਇੱਕ ਪ੍ਰੋਡਕਟ ਦੀ ਜਗ੍ਹਾ 'ਤੇ ਇੱਕ ਡਾਟੇ ਨੂੰ ਦੂਸਰੇ ਡਾਟੇ ਦੇ ਨਾਲ ਕੰਪੇਅਰ ਕਰ ਸਕਦੇ ਹਾਂ। ਦੇਖੋ ਕਿੱਦਾਂ, ਐਗਜ਼ਾਮਪਲ ਕੀ ਆ, for example, it is stated Ram is 40 years old, Mohan is 5 feet tall and Sohan has 60 kg weight। ਦੇਖੋ ਇਹਦੇ ਵਿੱਚ ਉਹਨੇ ਏਜ ਦੱਸਦੀ, ਇਹਦੇ ਵਿੱਚ ਉਹਦੇ ਹਾਈਟ ਦੱਸਦੀ, ਔਰ ਇਹਦੇ ਵਿੱਚ weight ਦੱਸਦਾ, ਤਾਂ ਕੀ ਇਹ ਤਿੰਨੇ ਆਪਸ 'ਚ ਕੰਪੇਅਰ ਕਰ ਸਕਦੇ ਆ, ਨਹੀਂ ਕਰ ਸਕਦੇ ਨਾ, ਰਾਮ ਹੋਰ ਆ, ਮੋਹਨ ਹੋਰ ਆ, ਔਰ ਸੋਹਨ ਹੋਰ ਆ। ਪਰ ਜੇ ਇਹ ਕਿਹਾ ਜਾਵੇ ਕਿ ਇਫ ਹਾਈਟ, ਏਜ ਐਂਡ weight ਆਫ ਦਾ 3 ਪਰਸਨਸ, ਠੀਕ ਹੈ, ਇਹਨਾਂ ਦੀ ਤਿੰਨਾਂ ਦੀ ਹਾਈਟ ਵੀ ਦਿੱਤੀ ਹੋਵੇ, weight ਵੀ ਦਿੱਤਾ ਹੋਵੇ, ਔਰ ਏਜ ਵੀ ਦਿੱਤਾ ਹੋਵੇ, ਫਿਰ ਉਹ ਤਿੰਨੇ ਯੂਜ਼ ਕਰ ਸਕਦੇ ਹਾਂ ਆਪਾਂ, ਠੀਕ ਹੈ, ਫਿਰ ਉਹ ਕੰਪੇਅਰੇਬਲ ਹੈਗੇ ਨੇ, ਅਦਰਵਾਈਜ਼ ਉਹ ਕੰਪੇਅਰੇਬਲ ਨਹੀਂ ਹੈਗੇ। ਸਿਕਸਥ ਪੁਆਇੰਟ, ਪ੍ਰੀ ਦਾ ਕੀ ਹੈ ਕਿ ਸਟੈਟ ਦੇ ਵਿੱਚ ਅਸੀਂ ਜਦੋਂ ਪਹਿਲਾਂ ਤੋਂ ਹੀ ਡਾਟਾ ਇਕੱਠਾ ਕੀਤਾ ਹੁੰਦਾ ਹੈ, ਪਿਛਲੇ ਮੰਨ ਲਓ 10 ਈਅਰਸ ਦਾ ਡਾਟਾ ਰੇਨਫਾਲ ਦਾ ਇਕੱਠਾ ਕੀਤਾ ਕਿ ਪਿਛਲੇ 10 ਸਾਲਾਂ ਦੇ ਵਿੱਚ ਰੇਨ ਇੰਨੀ ਹੋਈ, ਤਾਂ ਹੁਣ ਆਪਾਂ ਜਦੋਂ ਆਪਾਂ ਕੋਲ 2020 ਤੱਕ ਦਾ ਡਾਟਾ ਹੋਊਗਾ ਅਤੇ 2021 ਦਾ ਆਪਾਂ ਪਿਛਲੇ ਕਿੰਨੇ ਈਅਰਸ ਦਾ ਦੇਖ ਕੇ ਐਸਟੀਮੇਟ ਲਗਾ ਸਕਦੇ ਕਿ ਨੈਕਸਟ ਈਅਰ ਕੀ ਪ੍ਰੋਬਲਮ ਹੋ ਸਕਦੀ ਹੈ, ਕੀ ਰੇਨਫਾਲ ਜ਼ਿਆਦਾ ਹੋਊਗੀ ਜਾਂ ਘੱਟ ਹੋਊਗੀ। ਪਿਛਲੇ ਸਾਲਾਂ ਨੂੰ ਕੰਪੇਅਰ ਕਰਕੇ ਅਸੀਂ ਅਗਲੇ ਸਾਲ ਦਾ ਐਸਟੀਮੇਟ ਲਗਾ ਸਕਦੇ ਹਾਂ, ਠੀਕ ਹੈ। ਇੱਦਾਂ ਹੀ ਦੇਖੋ ਨਿਊਮਰੇਟਿਡ ਔਰ ਐਸਟੀਮੇਟਿਡ,
ਨਿਊਮਰੇਟਿਡ ਔਰ ਐਸਟੀਮੇਟਿਡ ਦੇ ਵਿੱਚ ਵੀ ਕਿੱਦਾਂ ਦੇਖੋ, ਜਿੱਦਾਂ ਇੱਕ ਆਪਾਂ ਇਹਦੇ ਵਿੱਚ ਵੀ ਇੱਕ ਅਨੁਮਾਨ ਲਗਾਉਣਾ ਹੁੰਦਾ ਕਿ ਜਿੱਦਾਂ ਪ੍ਰਾਈਮ ਮਿਨਿਸਟਰ ਨੇ ਰੈਲੀਜ਼ ਕੀਤੀਆਂ ਦਿੱਲੀ ਔਰ ਮੁੰਬਈ ਦੇ ਵਿੱਚ, ਤਾਂ ਆਪਾਂ ਐਸਟੀਮੇਟ ਲਗਾ ਲਿਆ ਕਿ ਉੱਥੇ 1 ਲੱਖ ਪੀਪਲ ਇਕੱਠੇ ਹੋ ਸਕਦੇ ਨੇ, 2 ਲੱਖ ਹੋ ਸਕਦੇ ਨੇ, 3 ਲੱਖ ਹੋ ਸਕਦੇ ਨੇ, 1.5 ਲੱਖ ਹੋ ਸਕਦੇ ਨੇ। ਤਾਂ ਮੀਨਸ ਉੱਥੇ ਦੀ ਪਾਪੂਲੇਸ਼ਨ ਨੂੰ ਦੇਖ ਕੇ ਇੱਕ ਅੰਦਾਜ਼ਾ ਲਗਾਉਣਾ, ਡੈਟ ਇਜ਼ ਕਾਲਡ ਐਸਟੀਮੇਸ਼ਨ। 8th ਪੁਆਇੰਟ, ਕਲੈਕਸ਼ਨ ਇਨ ਅ ਸਿਸਟਮੈਟਿਕ ਮੈਨਰ। ਸਿਸਟਮੈਟਿਕ ਮੈਨਰ ਦੇ ਵਿੱਚ ਜੋ ਕਲੈਕਸ਼ਨ ਕਰਨੀ ਹੈ ਉਹ ਵੀ ਇਹਦੀ ਇੱਕ ਫੀਚਰ ਆ ਪਲੂਰਲ ਸੈਂਸ ਦੇ ਵਿੱਚ, ਕਿਉਂਕਿ ਦੇਖੋ ਜਦੋਂ ਕੋਈ ਵੀ ਆਪਾਂ ਕੰਮ ਕਰਦੇ ਹਾਂ ਤਾਂ ਉਹਦੇ ਲਈ ਇੱਕ ਸਿਸਟਮ ਬਣਾਉਣਾ ਪੈਂਦਾ, ਇੱਕ ਪਲਾਨ ਬਣਾਉਣਾ ਪੈਂਦਾ। ਬਿਨਾਂ ਪਲੈਨਿੰਗ ਤੋਂ ਆਪਾਂ ਕੋਈ ਵੀ ਕੰਮ ਨਹੀਂ ਕਰਦੇ, ਠੀਕ ਹੈ। ਚਾਹੇ ਆਪਾਂ ਘਰ ਦੇ ਵਿੱਚ ਕੋਈ ਕੰਮ ਕਰਨਾ ਹੋਵੇ, ਨਿਊ ਸਟਾਰਟ ਕਰਨਾ ਹੋਵੇ, ਤਾਂ ਉਹਦੇ ਲਈ ਵੀ ਸਾਨੂੰ ਪਲੈਨਿੰਗ ਕਰਨੀ ਪੈਂਦੀ ਹੈ। ਅਤੇ ਇਸ ਕਰਕੇ ਇੱਕ ਸਿਸਟਮ ਬਣਾਉਣਾ ਪੈਂਦਾ। ਤਾਂ ਜਦੋਂ ਵੀ ਆਪਾਂ ਕੋਈ ਵੀ ਇਨਫੋਰਮੇਸ਼ਨ ਇਕੱਠੀ ਕਰਨੀ ਹੈ ਤਾਂ ਉਹਨੂੰ ਇੱਕ ਪਲਾਨ ਦੇ ਅਕੋਰਡਿੰਗ ਇਕੱਠਾ ਕੀਤਾ ਜਾਂਦਾ ਅਤੇ ਫਿਰ ਉਹਨੂੰ ਤਿਆਰ ਕੀਤਾ ਜਾਂਦਾ। ਨੈਕਸਟ ਸਟੈਟ ਆ ਸਿੰਗੂਲਰ ਨਾਊਨ। ਪਹਿਲਾਂ ਆਪਾਂ ਪਲੂਰਲ ਸੈਂਸ ਦੇ ਵਿੱਚ ਕੀਤੀ, ਪਲੂਰਲ ਨਾਊਨ 'ਚ ਹੁਣ ਆਪਾਂ ਸਿੰਗੂਲਰ ਨਾਊਨ ਦੇ ਵਿੱਚ ਸਟੈਟ ਕੀ ਹੈ। ਇਨ ਦਾ ਸਿੰਗੂਲਰ ਸੈਂਸ ਸਟੈਟ ਮੀਨਸ ਸਾਇੰਸ ਆਫ ਸਟੈਟ। ਇਹਨੂੰ ਕੀ ਕਿਹਾ ਜਾਂਦਾ ਹੈ, ਵਿਗਿਆਨ ਕਿਹਾ ਜਾਂਦਾ ਸਟੈਟ ਦਾ। ਔਰ ਸਟੈਟਿਸਟੀਕਲ ਮੈਥਡਸ, ਇਟ ਰੈਫਰਸ ਟੂ ਦਾ ਟੈਕਨੀਕਸ ਔਰ ਮੈਥਡਸ ਰਿਲੇਟਿੰਗ ਟੂ ਕਲੈਕਸ਼ਨ, ਕਿ ਕਿੱਦਾਂ ਡਾਟਾ ਕਲੈਕਟ ਕਰਨਾ, ਕਲਾਸੀਫਿਕੇਸ਼ਨ ਕਿੱਦਾਂ ਉਹਨੂੰ ਅੱਗੇ ਪਾਰਟਸ ਦੇ ਵਿੱਚ ਡਿਵਾਈਡ ਕਰਨਾ, ਕਿੱਦਾਂ ਉਹਨੂੰ ਪ੍ਰੈਜ਼ੈਂਟ ਕਰਨਾ, ਕਿੱਦਾਂ ਉਹਦੀ ਸਟੱਡੀ ਕਰਨੀ ਹੈ, ਔਰ ਕਿੱਦਾਂ ਉਹਨੂੰ ਇੰਟਰਪ੍ਰੇਟ ਕਰਨਾ, ਕਿੱਦਾਂ ਆਪਸ ਦੇ ਵਿੱਚ ਇੱਕ ਦੂਜੇ ਨਾਲ ਮਿਲਾ ਕੇ ਲਿਖਣਾ ਹੈ, ਠੀਕ ਹੈ। ਉਹ ਜੋ ਡਾਟਾ ਇਕੱਠਾ, ਜਿੱਦਾਂ ਆਪਾਂ ਅਨਇੰਪਲੋਇਮੈਂਟ ਦੀ ਪ੍ਰੋਬਲਮ ਲੈ ਲਈ, ਅਨਇੰਪਲੋਇਮੈਂਟ ਦੀ ਪ੍ਰੋਬਲਮ ਨਾਲ ਰਿਲੇਟਿਡ ਪਿਛਲੇ ਕਈ ਸਾਲਾਂ ਦਾ ਡਾਟਾ ਇਕੱਠਾ ਕੀਤਾ, ਫਿਰ ਉਹਨੂੰ ਕਿਸ ਤਰੀਕੇ ਨਾਲ, ਕਿਹੜੇ ਮੈਥਡਸ ਨਾਲ ਕਲੈਕਟ ਕਰਨਾ, ਉਹ ਮੈਥਡ ਪਹਿਲਾਂ ਚੂਜ਼ ਕੀਤੇ, ਫਿਰ ਉਹਨੂੰ ਕਲਾਸੀਫਾਈ ਕਿੱਦਾਂ ਕਰਨਾ, ਫਿਰ ਉਹਨੂੰ ਪ੍ਰੈਜ਼ੈਂਟ ਕਿੱਦਾਂ ਕਰਨਾ, ਫਿਰ ਉਹਦੀ ਸਟੱਡੀ ਕਿੱਦਾਂ ਕਰਨੀ ਹੈ, ਉਹਨੂੰ ਕਿੱਦਾਂ ਇੱਕ ਦੂਜੇ ਨਾਲ ਜੋੜ ਕੇ ਲਿਖਣਾ, ਇਹ ਸਾਰਾ ਸਟੈਟ ਦੇ ਵਿੱਚ ਸਿਖਾਇਆ ਜਾਂਦਾ। ਅਤੇ ਇਹ ਸਿੰਗੂਲਰ ਨਾਊਨ ਦੇ ਅਕੋਰਡਿੰਗ ਇਹਦੀ ਡੈਫੀਨੇਸ਼ਨ ਹੈ। ਜਿੱਦਾਂ ਦੇਖੋ ਕ੍ਰੌਕਸਟਨ ਐਂਡ ਕਾਊਡਨ ਕੀ ਕਹਿੰਦਾ, ਸਟੈਟ ਮੇ ਬੀ ਡਿਫਾਈਨਡ ਐਜ਼ ਦਾ ਕਲੈਕਸ਼ਨ, ਪ੍ਰੈਜੈਂਟੇਸ਼ਨ, ਐਨਾਲਿਸਿਸ ਐਂਡ ਇੰਟਰਪ੍ਰੀਟੇਸ਼ਨ ਆਫ ਨਿਊਮੈਰੀਕਲ ਡਾਟਾ। ਕਿ ਜੋ ਨਿਊਮੈਰੀਕਲ ਡਾਟਾ, ਜੋ ਨੰਬਰਸ ਦੇ ਵਿੱਚ ਆਪਾਂ ਨੂੰ ਡਾਟਾ ਦਿੱਤਾ ਹੋਇਆ, ਉਹਨੂੰ ਕਲੈਕਟ ਕਰਨਾ, ਕਿੱਦਾਂ ਕਲੈਕਟ ਕੀਤਾ ਜਾਊਗਾ, ਕਿੱਥੋਂ ਕਿੱਥੋਂ ਕਲੈਕਟ ਕੀਤਾ ਜਾਊਗਾ, ਉਹਨੂੰ ਕਿਸ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਜਾਊਗਾ, ਉਹਦੀ ਕਿਸ ਤਰੀਕੇ ਨਾਲ ਸਟੱਡੀ ਕੀਤੀ ਜਾਊਗੀ, ਅਤੇ ਕਿਸ ਤਰੀਕੇ ਨਾਲ ਆਪਸ 'ਚ ਕੰਪੇਅਰ ਕਰਕੇ ਲਿਖਿਆ ਜਾਊਗਾ, ਠੀਕ ਹੈ। ਇਹ ਸਾਰਾ ਕੁਝ ਸਟੈਟ ਦੇ ਵਿੱਚ ਸਿਖਾਇਆ ਜਾਂਦਾ ਹੈ। ਨੈਕਸਟ, ਸਟੇਜਿਸ ਆਫ ਸਟੈਟਿਸਟੀਕਲ ਸਟੱਡੀ। ਸਟੈਟਿਸਟੀਕਲ ਸਟੱਡੀ ਦੀਆਂ ਸਟੇਜਿਸ ਕਿਹੜੀਆਂ ਨੇ। ਜਦੋਂ ਆਪਾਂ ਇੱਕ ਸਟੈਟ ਦੀ ਸਟੱਡੀ ਕਰਨੀ ਹੈ ਤਾਂ ਫਸਟ ਸਟੇਜ ਕੀ ਹੈ ਕਿ ਅਸੀਂ ਡਾਟੇ ਨੂੰ ਕਲੈਕਟ ਕਰਨਾ ਹੋਊਗਾ। ਸੈਕਿੰਡ ਕੀ ਆ, ਆਰਗੇਨਾਈਜ਼ ਕਰਨਾ ਹੋਊਗਾ, ਮੀਨਸ ਉਹਨੂੰ ਸੰਗਠਿਤ ਕੀਤਾ ਜਾਊਗਾ ਕਿ ਕਿੱਦਾਂ ਉਹਨੂੰ ਲਿਖਣਾ ਹੈ, ਇਹ ਪਲੈਨਿੰਗ ਕੀਤੀ ਜਾਊਗੀ। ਥਰਡ ਸਟੇਜ ਦੇ ਵਿੱਚ ਉਹਨੂੰ ਪ੍ਰੈਜ਼ੈਂਟ ਕੀਤਾ ਜਾਊਗਾ, ਮੀਨਸ ਉਹਨੂੰ ਕਿਸ ਤਰੀਕੇ ਨਾਲ ਸ਼ੋਅ ਕਰਨਾ, ਟੇਬਲਸ ਦੇ ਵਿੱਚ, ਗ੍ਰਾਫ ਦੇ ਵਿੱਚ ਕਿੱਦਾਂ ਸ਼ੋਅ ਕਰਨਾ। ਉਸ ਤੋਂ ਬਾਅਦ ਉਹਦੇ ਪੂਰੇ ਟੇਬਲ ਦੀ ਸਟੱਡੀ ਕੀਤੀ ਜਾਊਗੀ, ਉਹਦਾ ਐਨਾਲਾਈਜ਼ ਕੀਤਾ ਜਾਊਗਾ, ਤੁਲਨਾ ਕੀਤੀ ਜਾਊਗੀ ਕਿ ਉਹ ਟੇਬਲ ਸਹੀ ਬਣਾਇਆ ਜਾਂ ਗਲਤ ਬਣਾਇਆ। ਫਿਰ ਉਸ ਤੋਂ ਬਾਅਦ ਇੰਟਰਪ੍ਰੀਟ ਕੀਤਾ ਜਾਊਗਾ, ਇੱਕ ਦੂਜੇ ਨਾਲ ਕੰਪੇਅਰ ਕਰਕੇ ਦੱਸਿਆ ਜਾਊਗਾ, ਠੀਕ ਹੈ। ਇਹਦੀਆਂ 5 ਸਟੇਜਿਸ ਨੇ।